ਸੋ ਮੈਂ ਤੁਹਾਡੇ ਸਭ ਦਾ ਟੈਕਨੋ ਪੰਜਾਬ ਦੀ ਆਲ ਅਬਾਊਟ ਆਰਡੀਨੋ ਦੀ ਇਸ ਸੀਰੀਜ਼ ਦੇ ਵਿੱਚ ਸਵਾਗਤ ਕਰਦਾ ਹਾਂ। ਸੋ ਇਹ ਵੀਡੀਓ ਇਸ ਸੀਰੀਜ਼ ਦਾ ਪਾਰਟ ਨੰਬਰ 2 ਹੈ। ਪਾਰਟ ਨੰਬਰ 1 ਆਲਰੇਡੀ ਅਪਲੋਡਡ ਹੈ। ਜੇ ਤੁਸੀਂ ਉਹ ਨਹੀਂ ਦੇਖਿਆ ਤਾਂ ਮੈਂ ਪਲੀਜ਼ ਰਿਕੁਐਸਟ ਕਰਾਂਗਾ ਪਹਿਲੇ ਉਹ ਜਾ ਕੇ ਦੇਖ ਲਓ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਆਰਡੀਨੋ ਦਾ ਪੂਰਾ ਹਾਰਡਵੇਅਰ ਦੇਖਾਂਗੇ, ਮਤਲਬ ਕਿ ਇਹਦੇ ਵਿੱਚ ਜੋ ਬਟਨਸ ਨੇ, ਇਹਦੇ ਵਿੱਚ ਜੋ ਪੋਰਟਸ ਨੇ ਤੇ ਪਲੱਸ ਇਹ ਇੰਟੀਗ੍ਰੇਟਿਡ ਸਰਕਟ ਆਈਸੀ ਹੈ ਕਿਹੜਾ, ਇਸ ਦੇ ਬਾਰੇ ਪੂਰੀ ਜਾਣਕਾਰੀ ਮੈਂ ਇਸ ਵੀਡੀਓ ਦੇ ਵਿੱਚ ਦੇਵਾਂਗਾ। ਸੋ ਇਸ ਵੀਡੀਓ ਦੇ ਵਿੱਚ ਮੈਂ ਪਲੱਸ ਕੁਝ ਐਕਸਟਰਾ ਚੀਜ਼ਾਂ ਵੀ ਦੱਸਾਂਗਾ, ਕੁਝ ਐਕਸਟਰਾ ਕਨਸੈਪਟਸ ਜਿਵੇਂ ਕਿ ਐਨਾਲੌਗ ਤੇ ਡਿਜੀਟਲ ਸਿਗਨਲਸ ਕਿਆ ਹੁੰਦੇ ਨੇ, ਕਿਉਂਕਿ ਇਸ ਆਰਡੀਨੋ ਬੋਰਡ ਦੇ ਵਿੱਚ ਇਹ ਵਾਲੀ ਸਾਰੀ ਪਿੰਸ ਐਨਾਲੌਗ ਹੁੰਦੀਆਂ ਨੇ ਲੇਕਿਨ ਇਹ ਵਾਲੀਆਂ ਡਿਜੀਟਲ। ਲੇਕਿਨ ਸਾਨੂੰ ਪਹਿਲਾਂ ਜਾਣਨਾ ਬਹੁਤ ਜ਼ਰੂਰੀ ਹੈ ਕਿ ਐਨਾਲੌਗ ਤੇ ਡਿਜੀਟਲ ਦੇ ਵਿੱਚ ਫਰਕ ਕੀ ਹੈ। ਦੂਸਰੀ ਚੀਜ਼ ਮੈਂ ਕੁਝ ਹੋਰ ਐਡੀਸ਼ਨਲ ਚੀਜ਼ਾਂ ਵੀ ਦੱਸਾਂਗਾ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਆਰਡੀਨੋ ਬੋਰਡ ਤੇ ਇਹ ਸਾਰੇ ਪਿੰਸ ਦੇ ਅੱਗੇ ਨੰਬਰਸ ਲਿਖੇ ਹੋਏ ਨੇ, ਲੇਕਿਨ ਕੁਝ ਨੰਬਰਸ ਦੇ ਅੱਗੇ ਡੈਸ਼ ਦਾ ਸਿੰਬਲ ਹੈ, ਜਿਵੇਂ ਕਿ 3 ਦੇ ਅੱਗੇ, 5 ਦੇ ਅੱਗੇ, 6 ਦੇ ਅੱਗੇ। ਸੋ ਇਹ ਵਾਲੀ ਪਿਨ ਸਪੈਸ਼ਲੀ PWM ਸਿਗਨਲਸ ਵਾਲੀਆਂ ਪਿਨਸ ਹੁੰਦੀਆਂ ਨੇ। ਹੁਣ PWM ਕਿਆ ਹੁੰਦਾ ਹੈ, ਇਹਦੇ ਬਾਰੇ ਵੀ ਪੂਰੀ ਜਾਣਕਾਰੀ ਮੈਂ ਇਸ ਵੀਡੀਓ ਦੇ ਵਿੱਚ ਦੇਵਾਂਗਾ। ਸੋ ਜੇ ਤੁਸੀਂ ਚਾਹੋ ਤਾਂ ਇੱਕ ਪੈਨ ਐਂਡ ਪੇਪਰ ਲੈ ਕੇ ਇਸ ਚੀਜ਼ਾਂ ਨੂੰ ਨੋਟ ਵੀ ਕਰ ਸਕਦੇ ਹੋ। ਸੋ ਬਿਨਾਂ ਕਿਸੇ ਦੇਰੀ ਤੋਂ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਹ ਵਾਲੇ ਦੋ ਪੋਰਟਸ ਦੀ। ਸੋ ਪਹਿਲੇ ਪੋਰਟ ਦਾ ਤੁਹਾਨੂੰ ਪਤਾ ਹੀ ਹੈ ਕਿ ਇਹ ਕਨੈਕਸ਼ਨ ਵਾਸਤੇ ਹੈ, ਜੋ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਹੈ ਕਿ ਇਦਾਂ ਦੀ ਕੇਬਲ ਦੇ ਨਾਲ ਆਪਾਂ ਇਸ ਨੂੰ ਕਨੈਕਟ ਕਰਕੇ ਤੇ ਉਸ ਦੇ ਦੂਸਰੇ ਪਾਸੇ ਨੂੰ ਆਪਣੇ ਪੀਸੀ ਜਾਂ ਲੈਪਟਾਪ ਨਾਲ ਕਨੈਕਟ ਕਰਦੇ ਹਾਂ ਤਾਂ ਕਿ ਇਸ ਨੂੰ ਆਪਾਂ ਪ੍ਰੋਗਰਾਮ ਕਰ ਸਕੀਏ। ਜੋ ਇਹ ਦੂਸਰਾ ਪੋਰਟ ਹੈ ਇਹ ਇਸ ਲਈ ਹੈ ਕਿ ਜਦੋਂ ਤੁਸੀਂ ਇੱਕ ਆਰਡੀਨੋ ਬੋਰਡ ਨੂੰ ਪ੍ਰੋਗਰਾਮ ਕਰ ਲਓ ਤਾਂ ਕਰਨ ਤੋਂ ਬਾਅਦ ਤੁਸੀਂ ਚਾਹੁੰਦੇ ਹੋ ਕਿ ਅਸੀਂ ਉਸ ਨੂੰ ਕਿਸੇ ਬੈਟਰੀ ਦੇ ਨਾਲ ਪਾਵਰ ਕਰ ਸਕੀਏ, ਤਾਂ ਫਿਰ ਇਸ ਤਰ੍ਹਾਂ ਦਾ ਇੱਕ ਕੋਈ ਵੀ ਫੀਮੇਲ ਇਦਾਂ ਦਾ ਕੇਬਲ ਲੈ ਕੇ, ਜਿਹੜੇ 2 ਪਿਨ ਕੇਬਲ ਹੋਏ, ਅਸੀਂ ਇਸ ਨੂੰ ਇਸ ਦੇ ਵਿੱਚ ਇਦਾਂ ਪਾ ਲੈਂਦੇ ਹਾਂ ਤੇ ਉਹਦੇ ਦੋ ਪੋਜ਼ਿਟਿਵ ਤੇ ਨੈਗੇਟਿਵ ਟਰਮੀਨਲਸ ਨੂੰ ਕਿਸੇ ਵੀ ਬੈਟਰੀ ਦੇ ਨਾਲ ਅਟੈਚ ਕਰ ਸਕਦੇ ਹਾਂ। ਹੁਣ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਲੱਗ-ਅਲੱਗ ਬੋਰਡਸ ਦਾ ਆਰਡੀਨੋ ਦਾ ਕੁਝ ਸਪੈਸੀਫਿਕ ਵੋਲਟੇਜ ਰੇਂਜ ਹੁੰਦਾ ਹੈ, ਜਿਵੇਂ ਕਿ ਸਪੈਸ਼ਲੀ ਆਰਡੀਨੋ ਵਾਸਤੇ ਤੁਸੀਂ ਕੋਈ ਵੀ 5 to 20 ਵੋਲਟਸ ਤੱਕ ਆਪਣੀ ਨੂੰ ਸਪਲਾਈ ਦੇ ਸਕਦੇ ਹੋ, ਪਰ ਪ੍ਰੈਫਰ ਇਹ ਕੀਤਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਇਹ ਵੋਲਟੇਜ ਰੈਗੂਲੇਟਰ 5 ਵੋਲਟ ਦਾ ਹੈ, ਮਤਲਬ 5 ਵੋਲਟ ਤੋਂ ਮਿਨੀਮਮ ਤਾਂ ਇਹ ਬਿਲਕੁਲ ਹੀ ਨਹੀਂ ਕੰਮ ਕਰੇਗਾ। ਸੋ ਜੇ ਤੁਸੀਂ 7 ਵੋਲਟ ਤੋਂ ਲੈ ਕੇ 20 ਵੋਲਟ ਦੀ ਰੇਂਜ ਨੂੰ ਪ੍ਰੈਫਰ ਕਰੋ ਤਾਂ ਸਭ ਤੋਂ ਵਧੀਆ ਰੇਂਜ ਹੁੰਦੀ ਹੈ, ਮਤਲਬ ਕਿ 7 ਵੋਲਟ ਤੋਂ 20 ਵੋਲਟਸ ਤੱਕ ਇਹਨੂੰ ਤੁਸੀਂ ਇਸ ਪੋਰਟ ਤੋਂ ਪਾਵਰ ਸਪਲਾਈ ਦੇ ਸਕਦੇ ਹੋ। ਲੇਕਿਨ ਅਲੱਗ-ਅਲੱਗ ਬੋਰਡਸ ਦੇ ਵਿੱਚ ਉਹ ਅਲੱਗ ਕੇਸ ਹੋ ਸਕਦਾ ਹੈ। ਸੋ ਉਸ ਦੀ ਰੇਂਜ ਦੇ ਬਾਰੇ ਵੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦੇਵਾਂਗਾ ਕਿ ਅਲੱਗ-ਅਲੱਗ ਬੋਰਡਸ ਦੀ ਰੇਂਜ ਪਤਾ ਕਿੱਥੋਂ ਲੱਗੇਗੀ। ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਇਹ ਦੋ ਪੋਰਟਸ ਤੋਂ ਬਾਅਦ ਇਹ ਬਟਨ ਦੀ। ਇਸ ਬਟਨ ਨੂੰ ਕਹਿੰਦੇ ਹੈ ਜੀ ਰੀਸੈਟ ਬਟਨ। ਸੋ ਇਹ ਰੀਸੈਟ ਬਟਨ ਬੜਾ ਹੀ ਸਿੰਪਲ ਜਿਹਾ ਕੰਮ ਕਰਦਾ ਹੈ ਕਿ ਜੇ ਤੁਸੀਂ ਇਸ ਨੂੰ ਹੁਣ ਪ੍ਰੋਗਰਾਮ ਕੀਤਾ ਪਿਆ ਹੈ ਆਰਡੀਨੋ ਬੋਰਡ ਨੂੰ, ਤਾਂ ਉਸ ਤੋਂ ਬਾਅਦ ਤੁਸੀਂ ਚਾਹੁੰਦੇ ਹੋ ਕਿ ਅਸੀਂ ਉਸ ਪ੍ਰੋਗਰਾਮ ਨੂੰ ਵਿਚਾਲੇ ਕਦੀ ਵੀ ਸਟਾਰਟਿੰਗ ਤੋਂ ਸਟਾਰਟ ਕਰੀਏ, ਤਾਂ ਅਸੀਂ ਇੱਕ ਵਾਰੀ ਉਹਨੂੰ ਪ੍ਰੈਸ ਕਰਦੇ ਹਾਂ ਤਾਂ ਤੁਹਾਡਾ ਪੂਰਾ ਪ੍ਰੋਗਰਾਮ ਜੋ ਹੈ ਉਹ ਸਟਾਰਟਿੰਗ ਤੋਂ ਸਟਾਰਟ ਹੋ ਜਾਂਦਾ ਹੈ। ਇਹ ਬਿਲਕੁਲ ਉਦਾਂ ਦਾ ਹੀ ਹੈ ਕਿ ਜਿੱਦਾਂ ਕਿ ਤੁਸੀਂ ਇੱਕ ਵਾਰੀ ਇਹ USB ਪਲੱਗ ਜਿਹੜਾ ਹੈ ਇਸ ਨੂੰ ਇਦਾਂ ਲਗਾਇਆ ਤੇ ਇਸ ਦੇ ਨਾਲ ਇਸ ਟਾਈਮ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੈ, ਲੇਕਿਨ ਤੁਸੀਂ ਇਸ ਨੂੰ ਉਤਾਰ ਕੇ ਇੱਕ ਵਾਰੀ ਦੁਬਾਰਾ ਲਗਾ ਦਿਓ ਆਪਣੇ ਬੋਰਡ ਨੂੰ ਰੀਸੈਟ ਕਰਨ ਵਾਸਤੇ। ਸੋ ਇਸੇ ਲਈ ਇਹ ਰੀਸੈਟ ਬਟਨ ਹੁੰਦਾ ਹੈ, ਬਿਲਕੁਲ ਉਹੀ ਸੇਮ ਕੰਮ ਕਰਦਾ ਹੈ। ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਹ ਆਈਸੀ ਦੀ। ਇਹ ਆਈਸੀ ਹੈਗਾ ਜੀ ਐਟਮੈਲ ਦਾ। ਐਟਮੈਲ ਇਸ ਕੰਪਨੀ ਦਾ ਨਾਮ ਹੈ ਤੇ ਇਹ ਹੈ ਜੀ ਐਟਮੈਗਾ 328PU, ਜੋ ਕਿ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ। ਸੋ ਇਹ ਇਸ ਆਰਡੀਨੋ ਬੋਰਡ ਦਾ ਮੇਨ ਆਈਸੀ ਜਾਂ ਫਿਰ ਮੇਨ ਮਾਈਕਰੋ ਕੰਟਰੋਲਰ ਹੈ। ਹੁਣ ਮਾਈਕਰੋ ਕੰਟਰੋਲਰ ਤੇ ਮਾਈਕਰੋ ਪ੍ਰੋਸੈਸਰ ਦੇ ਵਿੱਚ ਫਰਕ ਕੀ ਹੁੰਦਾ ਹੈ? ਮਾਈਕਰੋ ਕੰਟਰੋਲਰ ਇੱਕ ਐਸਾ ਡਿਵਾਈਸ ਹੁੰਦਾ ਹੈ ਜਾਂ ਫਿਰ ਇੱਕ ਐਸਾ ਆਈਸੀ ਹੁੰਦਾ ਹੈ ਜਿਸ ਨੂੰ ਆਪਾਂ ਕੋਈ ਕੰਟਰੋਲਿੰਗ ਕਮਾਂਡ ਦੇ ਸਕਦੇ ਹਾਂ, ਕਿ ਮਤਲਬ ਕਿ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਬਈ ਤੂੰ ਇਹ ਚੀਜ਼ ਕਰ, ਤੂੰ ਉਹ ਚੀਜ਼ ਕਰ, ਲੇਕਿਨ ਇਹਦੇ ਕੋਲ ਆਪਣੀ ਕੋਈ ਕੰਪਿਊਟੇਸ਼ਨਲ ਪਾਵਰ ਇੰਨੀ ਜ਼ਿਆਦਾ ਨਹੀਂ ਹੁੰਦੀ। ਮਾਈਕਰੋ ਪ੍ਰੋਸੈਸਰ ਦਾ ਜੇ ਐਗਜ਼ਾਮਪਲ ਦਈਏ ਤਾਂ ਫਿਰ ਉਹ ਹੁੰਦਾ ਹੈ ਜਿੱਦਾਂ ਕਿ ਇੰਟੈਲ ਦੇ ਪ੍ਰੋਸੈਸਰਸ ਹੁੰਦੇ ਨੇ, ਜਿੱਦਾਂ ਕਿ i3 ਹੁੰਦਾ, i5 ਹੁੰਦਾ। ਇੰਟੈਲ ਦੇ ਜਿਹੜੇ ਕੋਰ ਇਹਦਾ ਪ੍ਰੋਸੈਸਰਸ ਹੁੰਦੇ ਨੇ ਉਹ ਮਾਈਕਰੋ ਪ੍ਰੋਸੈਸਰਸ ਹੁੰਦੇ ਨੇ, ਲੇਕਿਨ ਇਹ ਮਾਈਕਰੋ ਕੰਟਰੋਲਰ ਹੁੰਦੇ ਨੇ। ਮਾਈਕਰੋ ਕੰਟਰੋਲਰ ਬੜੀ ਛੋਟੀ ਹੀ ਐਪਲੀਕੇਸ਼ਨਸ ਵਾਸਤੇ ਯੂਜ਼ ਕੀਤੇ ਜਾਂਦੇ ਨੇ। ਰੈਸਬੇਰੀ ਪਾਈ ਜੋ ਕਿ ਆਰਡੀਨੋ ਦਾ ਵੱਡਾ ਭਰਾ ਹੈ ਜਾਂ ਫਿਰ ਉਸ ਤੋਂ ਨੈਕਸਟ ਲੈਵਲ ਹੈ, ਉਸ ਦੇ ਵਿੱਚ ਮਾਈਕਰੋ ਪ੍ਰੋਸੈਸਰ ਯੂਜ਼ ਕੀਤਾ ਜਾਂਦਾ ਹੈ। ਸੋ ਮਾਈਕਰੋ ਪ੍ਰੋਸੈਸਰ ਮੇਨਲੀ ਇੱਕ ਛੋਟਾ ਕੰਪਿਊਟਰ ਬਣ ਜਾਂਦਾ ਹੈ, ਲੇਕਿਨ ਇਹ ਇੱਕ ਛੋਟਾ ਕੰਪਿਊਟਰ ਹਲੇ ਨਹੀਂ ਹੈ, ਇਸ ਨੂੰ ਬਾਹਰੋਂ ਦੀ ਕਮਾਂਡਸ ਦੇਣ ਦੀ ਜ਼ਰੂਰਤ ਪੈਂਦੀ ਹੈ। ਸੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹੁਣ ਇਹ ਪਿਨਸ ਦੀ। ਇਹ ਸਾਰੀਆਂ ਪਿਨਸ ਤੁਸੀਂ ਦੇਖ ਰਹੇ ਹੋ। ਜਿਹੜੀ ਪਹਿਲੀ ਪਿਨ ਜਿਹੜੀ 0 ਨੰਬਰ ਹੈ ਉਹ ਹੈ RX। RX ਦਾ ਮਤਲਬ ਹੈ ਰਿਸੀਵ, ਮਤਲਬ ਕਿ ਇਸ ਪਿਨ ਤੇ ਸਿਗਨਲਸ ਰਿਸੀਵ ਆਪਾਂ ਕਰ ਸਕਦੇ ਹਾਂ ਕਿਸੇ ਆਪਣੇ ਬਲੂਟੁੱਥ ਸੈਂਸਰ ਤੋਂ ਜਾਂ ਫਿਰ ਕਿਸੇ ਹੋਰ ਮੋਡਿਊਲ ਤੋਂ, ਜੇ ਆਪਾਂ ਇਹਨੂੰ ਕਿਸੇ ਕਮਿਊਨੀਕੇਟ ਕਰਾਉਣਾ ਹੋਏ। ਜਿਵੇਂ ਕਿ ਮੈਂ ਇੱਕ ਇਹ
ਤੁਹਾਡੇ ਸਾਹਮਣੇ ਦਿਖਾ ਰਿਹਾ ਹਾਂ, ਇਹ ਇੱਕ NRF24 ਮੋਡਿਊਲ ਹੈ। ਇਹਦੇ ਬਾਰੇ ਵੀ ਆਪਾਂ ਅੱਗੇ ਜਾਣਾਂਗੇ ਤੇ ਇਹਦੇ ਨਾਲ ਮੈਂ ਆਰਡੀਨੋ ਨੈਨੋ ਲਗਾਇਆ ਹੋਇਆ ਹੈ। ਹੁਣ ਬੇਸਿਕਲੀ ਇਹ ਪੂਰੇ ਸਰਕਿਟ ਦਾ ਕੰਮ ਇਹ ਹੈ ਕਿ ਇਹ ਮੇਰਾ ਇੱਕ ਜੋਇਸਟਿਕ ਕੰਟਰੋਲਡ ਰਿਮੋਟ ਹੈ ਜਿਸ ਦੀ ਰੇਂਜ 1 ਕਿਲੋਮੀਟਰ ਤੱਕ ਹੈ। ਇਹ ਸਾਰੇ ਪ੍ਰੋਜੈਕਟ ਤੁਸੀਂ ਵੀ ਬਣਾ ਸਕਦੇ ਹੋ। ਹੁਣ ਇਸ ਦੇ ਵਿੱਚ ਵੀ ਇਹ ਪਿਨ ਜਿਹੜੀ ਹੈ ਇਹ ਇਹਦਾ ਟਰਾਂਸੀਵਰ ਮੋਡਿਊਲ ਹੈ, ਮਤਲਬ ਕਿ ਟਰਾਂਸਮੀਟਰ ਤੇ ਰਿਸੀਵਰ ਮੋਡਿਊਲ ਹੈ। ਹੁਣ ਜਿਹੜੀ ਇਹ ਵੇਵ ਟਰਾਂਸਮਿਟ ਕਰੇਗਾ ਉਹ ਟਰਾਂਸਮਿਟ ਵੇਵ ਇਹਨੂੰ ਪਤਾ ਕਿੱਥੋਂ ਲੱਗੇਗੀ। ਇਹਦੇ ਵਾਸਤੇ ਜਿਹੜੀ ਇਹਦੀ ਟਰਾਂਸਮਿਟ ਪਿਨ ਹੈ ਉਸ ਨੂੰ ਮੈਂ ਇਹਦੇ ਟਰਾਂਸਮਿਟ ਤੇ ਲਗਾਇਆ ਹੋਇਆ ਹੈ ਆਰਡੀਨੋ ਨੈਨੋ ਦੇ, ਤੇ ਜਿਹੜੀ ਇਹਦੀ ਰਿਸੀਵ ਪਿਨ ਹੈ ਉਸ ਨੂੰ ਮੈਂ ਇਹਦੇ ਰਿਸੀਵ ਤੇ ਲਗਾਇਆ ਹੋਇਆ ਹੈ। ਹੁਣ ਜੇ ਤੁਸੀਂ ਇਸ ਨੂੰ ਬਲੂਟੁੱਥ ਦੇ ਨਾਲ ਵੀ ਕਨੈਕਟ ਕਰਨਾ ਹੋਏ ਤਾਂ ਵੀ ਤੁਸੀਂ ਉਹਨਾਂ ਦੀ ਟਰਾਂਸਮਿਟ ਤੇ ਰਿਸੀਵ ਪਿਨ ਨੂੰ ਲਗਾ ਸਕਦੇ ਹੋ, ਲੇਕਿਨ ਬਲੂਟੁੱਥ ਦੇ ਕੇਸ ਦੇ ਵਿੱਚ ਤੁਹਾਨੂੰ ਇਹਦੀ ਟਰਾਂਸਮਿਟ ਪਿਨ ਨੂੰ ਇਸ ਦੀ ਰਿਸੀਵ ਪਿਨ ਨਾਲ ਲਗਾਉਣਾ ਹੁੰਦਾ ਹੈ ਤੇ ਇਸ ਦੀ ਰਿਸੀਵ ਪਿਨ ਨੂੰ ਬਲੂਟੁੱਥ ਦੀ ਟਰਾਂਸਮਿਟ ਪਿਨ ਨਾਲ ਲਗਾਉਣਾ ਹੁੰਦਾ ਹੈ। ਇਹ ਇਸ ਲਈ ਕਿਉਂਕਿ ਬਲੂਟੁੱਥ ਤੇ ਇਹਦੇ ਵਿੱਚ 2-ਵੇ ਕਮਿਊਨੀਕੇਸ਼ਨ ਹੋ ਸਕੇ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪਿਨ ਨੰਬਰ 2 ਤੋਂ ਲੈ ਕੇ ਪਿਨ ਨੰਬਰ 13 ਤੱਕ। ਇਹ ਸਾਰੀਆਂ ਤੁਹਾਡੀਆਂ ਡਿਜੀਟਲ ਪਿਨਸ ਹੁੰਦੀਆਂ ਨੇ ਤੇ ਉਸੇ ਤਰ੍ਹਾਂ ਜੇ ਆਪਾਂ ਇੱਧਰ ਦੇਖੀਏ ਤਾਂ ਫਿਰ ਇਹ ਸਾਡੀਆਂ A0 A1 ਵਗੈਰਾ ਜੋ ਲਿਖਿਆ ਪਿਆ ਹੈ ਉਰੇ A0 A1 A2 A3 A4 ਤੇ A5 ਇਹ ਸਾਡੀਆਂ ਐਨਾਲੌਗ ਪਿਨਸ ਹੁੰਦੀਆਂ ਨੇ। ਹੁਣ ਡਿਜੀਟਲ ਤੇ ਐਨਾਲੌਗ ਪਿਨਸ ਦੇ ਵਿੱਚ ਕੀ ਫਰਕ ਹੈ? ਡਿਜੀਟਲ ਤੇ ਐਨਾਲੌਗ ਪਿਨਸ ਦੇ ਵਿੱਚ ਫਰਕ ਜਾਣਨ ਵਾਸਤੇ ਪਹਿਲਾਂ ਸਾਨੂੰ ਇਹ ਦੇਖਣਾ ਪਏਗਾ ਕਿ ਡਿਜੀਟਲ ਤੇ ਐਨਾਲੌਗ ਸਿਗਨਲਸ ਕੀ ਹੁੰਦੇ ਨੇ। ਸੋ ਆਰਡੀਨੋ ਡਿਜੀਟਲ ਤੇ ਐਨਾਲੌਗ ਦੋਨਾਂ ਤੇ ਕੰਮ ਕਰ ਸਕਦਾ ਹੈ। ਹੁਣ ਜੇ ਆਪਾਂ ਐਨਾਲੌਗ ਦੀ ਗੱਲ ਕਰੀਏ ਤਾਂ ਐਨਾਲੌਗ ਵੇਵ ਇੱਕ ਐਸੀ ਵੇਵ ਹੈ ਜੋ ਕਿ ਕੰਟੀਨਿਊਸਲੀ ਵੇਰੀ ਕਰ ਸਕਦੀ ਹੈ ਵਿਦ ਰਿਸਪੈਕਟ ਟੂ ਟਾਈਮ, ਜਿਵੇਂ ਕਿ ਇੱਕ ਸਾਈਨ ਵੇਵ। ਹੁਣ ਇਹ ਵੇਰੀ ਕਰਦੀ ਰਹਿੰਦੀ ਹੈ, ਜ਼ਰੂਰੀ ਨਹੀਂ ਕਿ ਉਹ ਉੱਪਰ ਵੀ ਹੋਵੇ ਤੇ ਨੀਚੇ ਵੀ ਹੋਵੇ, ਪੋਜ਼ਿਟਿਵ ਤੇ ਨੈਗੇਟਿਵ ਦੇ ਵਿੱਚ। ਕੋਈ ਐਸੀ ਵੇਵ ਜੋ ਕਿ ਇਸ ਤਰੀਕੇ ਦੇ ਨਾਲ ਜਾ ਰਹੀ ਹੈ ਜਿਸ ਦੇ ਵਿੱਚ ਕਹਿ ਲਓ ਤੁਸੀਂ ਸਟੇਬਿਲਿਟੀ ਨਹੀਂ ਹੈ ਇੰਨੀ, ਉਹ ਟਾਈਮ ਦੇ ਨਾਲ ਨਾਲ ਵੇਰੀ ਕਰ ਰਹੀ ਹੈ ਹਰ ਇਨਸਟੈਂਟ ਤੇ, ਉਸ ਨੂੰ ਆਪਾਂ ਇੱਕ ਐਨਾਲੌਗ ਵੇਵ ਕਹਿ ਸਕਦੇ ਹਾਂ। ਐਨਾਲੌਗ ਵੇਵ ਦੀ ਮੇਨ ਗੱਲ ਇਹੀ ਹੈ ਕਿ ਵਿਦ ਰਿਸਪੈਕਟ ਟੂ ਟਾਈਮ, ਮਤਲਬ ਟਾਈਮ ਦੇ ਨਾਲ ਇਹ ਵੇਰੀ ਕਰਦੀ ਰਹਿੰਦੀ ਹੈ। ਹੁਣ ਜਿੱਦਾਂ ਕਿ ਉਰੇ ਜੇ ਇਹ 0 ਹੈ ਤਾਂ ਫਿਰ ਅੱਗੇ ਇਹ ਥੋੜਾ ਜਿਹਾ ਉੱਪਰ 0 ਤੋਂ ਥੋੜਾ ਉੱਪਰ ਚਲਾ ਗਿਆ, ਫਿਰ ਥੋੜਾ ਹੋਰ ਨੀਚੇ, ਫਿਰ ਥੋੜਾ ਉੱਪਰ, ਇਦਾਂ। ਉਸੇ ਤਰ੍ਹਾਂ ਜੇ ਆਪਾਂ ਡਿਜੀਟਲ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਉਹਦੇ ਆਪੋਜ਼ਿਟ ਹੈ। ਡਿਜੀਟਲ ਦੇ ਵਿੱਚ ਇੰਨੀ ਸਟੇਬਿਲਿਟੀ ਹੁੰਦੀ ਹੈ ਕਿ ਜਾਂ ਫਿਰ ਇਹਦੇ ਵਿੱਚ ਸਿਰਫ ਹਾਈ ਸਟੇਟ ਹੁੰਦੀ ਹੈ ਫਿਰ ਲੋ, ਉਸੇ ਤਰ੍ਹਾਂ ਇਹ ਨੀਚੇ ਵੀ ਜਾਂ ਫਿਰ ਹਾਈ ਸਟੇਟ ਹੋਏਗੀ ਜਾਂ ਫਿਰ ਇਦਾਂ ਬਿਲਕੁਲ ਇਦਾਂ 0। ਜੇ 0 ਲੈਵਲ ਹੈ ਤਾਂ ਫਿਰ ਇਹ ਜਿਹੜਾ ਉੱਪਰ ਇਹਦਾ ਲੈਵਲ ਹੈ ਇਹਦਾ ਪੋਜ਼ਿਟਿਵ 5 ਲੈਵਲ ਹੋਏਗਾ, ਜਿਹੜਾ ਨੀਚੇ ਹੈ ਇਹਦਾ ਨੈਗੇਟਿਵ 5 ਲੈਵਲ ਹੋਏਗਾ। ਹੁਣ ਆਰਡੀਨੋ ਦੇ ਵਿੱਚ ਜ਼ਿਆਦਾਤਰ ਆਪਾਂ ਸਿਰਫ ਉੱਪਰ ਵਾਲਾ ਹੀ ਕੇਸ ਲੈਂਦੇ ਹਾਂ ਕਿ ਜਾਂ ਤਾਂ ਪੋਜ਼ਿਟਿਵ 5 ਹੋਏਗਾ ਜਾਂ ਫਿਰ 0 ਹੋਏਗਾ। ਸੋ ਇਹ ਸਿਗਨਲ ਨੂੰ ਡਿਜੀਟਲ ਸਿਗਨਲ ਕਿਹਾ ਜਾਂਦਾ ਹੈ, ਜਿਹੜਾ ਜਾਂ ਤਾਂ ਸਿਰਫ 0 ਹੋਏ ਜਾਂ ਫਿਰ 5, ਜਾਂ ਹਾਂ ਜਾਂ ਨਾ। ਲੇਕਿਨ ਐਨਾਲੌਗ ਸਿਗਨਲ ਉਹ ਹੁੰਦੇ ਨੇ ਜੋ ਕਿ ਬਿਲਕੁਲ ਇਦਾਂ ਵੇਰੀ ਕਰਦੇ ਰਹਿੰਦੇ ਨੇ। 0 ਤਾਂ ਹੈ ਲੇਕਿਨ ਪੋਜ਼ਿਟਿਵ 5 ਨਹੀਂ ਹੈ, ਉਹਦੇ ਵਿੱਚ ਕਿਤੇ ਵੀ ਹੋ ਸਕਦਾ ਹੈ, ਜਿੱਦਾਂ ਕਿ 0.5 1 1.238 ਇੱਦਾਂ ਕੁਝ ਵੀ ਹੋ ਸਕਦਾ ਹੈ, ਉਸ ਨੂੰ ਐਨਾਲੌਗ ਕਹਿੰਦੇ ਨੇ। ਹੁਣ ਐਨਾਲੌਗ ਸਿਗਨਲਸ ਜਿਹੜੇ ਹੁੰਦੇ ਨੇ ਜ਼ਿਆਦਾਤਰ ਸੈਂਸਰਸ ਵਾਸਤੇ ਯੂਜ਼ ਕੀਤੇ ਜਾਂਦੇ ਨੇ, ਕਿਉਂਕਿ ਸੈਂਸਰਸ ਜ਼ਿਆਦਾਤਰ ਐਨਾਲੌਗ ਨੇਚਰ ਦੇ ਹੁੰਦੇ ਨੇ। ਲੇਕਿਨ ਉੱਥੇ ਹੀ ਜਿੱਦਾਂ ਇੱਕ LED ਹੈ, LED ਇੱਕ ਡਿਜੀਟਲ ਡਿਵਾਈਸ ਹੈ। ਕਿਉਂ? ਕਿਉਂਕਿ ਜਾਂ ਤਾਂ LED ਜਲ ਸਕਦਾ ਹੈ ਜਾਂ ਫਿਰ LED ਬੁਝ ਸਕਦਾ ਹੈ। ਉਹਦੇ ਕੋਲ 2 ਹੀ ਸਟੇਟਸ ਹੋ ਸਕਦੀਆਂ, ਜਲਣ ਵਾਲੀ ਸਟੇਟ ਨੂੰ 1 ਕਿਹਾ ਜਾਂਦਾ ਹੈ, ਬੁਝਣ ਵਾਲੀ ਸਟੇਟ ਨੂੰ 0 ਕਿਹਾ ਜਾਂਦਾ ਹੈ। ਜੇ ਆਪਾਂ LED ਨੂੰ ਚਾਹੁੰਦੇ ਹਾਂ ਕਿ ਉਹ ਬਿਲਕੁਲ ਇਦਾਂ ਹੌਲੀ ਹੌਲੀ 0 ਤੋਂ ਲੈ ਕੇ ਫਿਰ ਹੌਲੀ ਹੌਲੀ ਕਰਕੇ ਫੇਡ ਹੋਏ, ਫਿਰ ਹੌਲੀ ਹੌਲੀ ਕਰਕੇ ਇਦਾਂ ਉਹ ਜਲੇ ਤੇ ਫਿਰ ਬੁਝੇ, ਮਤਲਬ ਕਿ ਉਹ ਬਿਲਕੁਲ ਜਾਂ ਤਾਂ ਜਲੇ ਜਾਂ ਬੁਝੇ ਨਾ, ਬਿਲਕੁਲ ਬੁਝ ਕੇ ਹੌਲੀ ਹੌਲੀ ਕਰਕੇ ਜਲੇ ਫੁੱਲ ਪੋਟੈਂਸ਼ੀਅਲ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਇਦਾਂ ਬੁਝ ਜਾਏ, ਉਸ ਦੇ ਵਾਸਤੇ ਸਾਨੂੰ ਇੱਕ ਐਨਾਲੌਗ ਪਿਨ ਦੇ ਵਿੱਚ ਉਹਨੂੰ ਲਗਾਉਣਾ ਪਏਗਾ, ਨਾ ਕਿ ਡਿਜੀਟਲ ਦੇ ਵਿੱਚ। ਜੇ ਅਸੀਂ ਡਿਜੀਟਲ ਦੇ ਵਿੱਚ ਲਗਾਵਾਂਗੇ ਤਾਂ ਫਿਰ ਡਿਜੀਟਲ ਪਿਨ ਬਿਲਕੁਲ ਮਤਲਬ ਕਿ ਉਹਨੂੰ ਸਿਰਫ ਹਾਈ ਜਾਂ ਫਿਰ ਲੋ ਸਿਗਨਲ ਦੇਗੀ, ਉਹ ਉਸ ਨੂੰ ਇਦਾਂ ਵੇਰੀ ਨਹੀਂ ਕਰ ਪਾਏਗੀ। ਲੇਕਿਨ ਜੇ ਆਪਾਂ ਉਹਨੂੰ ਐਨਾਲੌਗ ਪਿਨ ਦੇ ਵਿੱਚ ਲਗਾਵਾਂਗੇ ਤਾਂ ਫਿਰ ਐਨਾਲੌਗ ਹੋਣ ਕਾਰਨ ਉਸ ਪਿਨ ਨੂੰ ਪਹਿਲਾਂ 0 ਵੋਲਟ ਦੇਣਗੇ, ਫਿਰ 0.1 ਇਦਾਂ ਹੌਲੀ ਹੌਲੀ ਕਰਕੇ ਵਧਾਉਣਗੇ, ਕਰਦੇ ਕਰਦੇ 5 ਤੱਕ ਲੈ ਕੇ ਜਾਣਗੇ, ਫਿਰ ਉਸ ਤੋਂ ਬਾਅਦ ਵਿੱਚ ਉਹਨੂੰ ਹੌਲੀ ਹੌਲੀ ਕਰਕੇ ਡਿਕਰੀਜ਼ ਕਰਕੇ ਉਸ ਨੂੰ 0 ਵੋਲਟ ਤੇ ਲੈ ਕੇ ਜਾਣਗੇ ਤੇ ਸਾਨੂੰ ਇੱਕ LED ਨੂੰ ਇਹਦਾ ਫੇਡ ਹੋਣਾ ਦਿਖੇਗਾ। ਇਹ ਸਾਰੀ ਚੀਜ਼ਾਂ ਆਪਾਂ ਪ੍ਰੈਕਟੀਕਲੀ ਕਰਕੇ ਦਿਖਾਵਾਂਗੇ ਆਪਣੀ ਅਗਲੀ ਵੀਡੀਓ ਦੇ ਵਿੱਚ। ਸੋ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਇਹ ਡੈਸ਼ਿਸ ਦੀ। ਸੋ ਇਹ ਡੈਸ਼ਿਸ ਜਿਹੜੇ ਹੁੰਦੇ ਨੇ ਇਹ ਹੁੰਦੇ ਨੇ PWM ਸਿਗਨਲ। ਹੁਣ PWM ਹੁੰਦਾ ਹੈ ਪਲਸ ਵਿਡਥ ਮੋਡੂਲੇਸ਼ਨ। ਹੁਣ ਇਹਨਾਂ ਦਾ ਕੀ ਮਤਲਬ ਹੈ ਕਿ ਅਸੀਂ ਡਿਜੀਟਲ ਦੇ ਵਿੱਚ ਜਾਂ ਤਾਂ ਹਾਈ ਸਟੇਟ ਹੁੰਦੀ ਹੈ ਫਿਰ ਲੋ ਸਟੇਟ, ਲੇਕਿਨ ਅਸੀਂ ਇੱਕ ਤਰੀਕੇ ਨਾਲ ਇਸ ਨੂੰ ਕੰਮ ਦੇ ਵਿੱਚ ਲਿਆ ਸਕਦੇ ਹਾਂ। ਅਸੀਂ ਕੀ ਕਰ ਸਕਦੇ ਹਾਂ, ਜਿਹੜੇ PWM ਵਾਲੀ ਪਿਨਸ ਹੁੰਦੀਆਂ ਨੇ ਉਹ ਕੀ ਕਰਦੀ ਹੈ ਕਿ ਕਿਸੇ ਪਲਸ ਦੀ ਵਿਡਥ ਨੂੰ ਵੇਰੀ ਕਰਕੇ, ਮਤਲਬ ਕਿ ਜਿੱਦਾਂ ਕਿ ਇੰਨੀ ਦੇਰ ਤੱਕ ਇਹ ਹਾਈ ਸਟੇਟ ਦੇ ਵਿੱਚ ਰਹੇ, ਲੇਕਿਨ ਫਿਰ ਬਹੁਤ ਥੋੜੀ ਦੇਰ ਲਈ ਇਹ ਲੋ ਸਟੇਟ ਦੇ ਵਿੱਚ ਰਹੇ, ਫਿਰ ਇਹ ਬਹੁਤ ਜ਼ਿਆਦਾ ਦੇਰ ਲਈ ਹਾਈ ਸਟੇਟ ਤੱਕ ਰਹੇ,
लेकिन बहुत ज़्यादा घट स्टेट ਦੇ ਵਿੱਚ लो स्टेट ਦੇ ਵਿੱਚ ਰਹੇ। ਫਿਰ ਇਹ ਥੋੜੀ ਜਿਹੀ ਦੇਰ ਲਈ ਹਾਈ ਸਟੇਟ ਦੇ ਵਿੱਚ ਰਹੇ ਤੇ ਫਿਰ ਇਹ ਕੰਟੀਨਿਊਸਲੀ लो ਹੋ ਜਾਏ। ਸੋ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਇੰਟਰਵਲ ਆਪਣਾ ਚੇਂਜ ਕਰ ਰਹੇ ਆ, ਲੇਕਿਨ ਇਹਨੂੰ ਐਨਾਲੌਗ ਬਣਨ ਦੀ ਜ਼ਰੂਰਤ ਨਹੀਂ ਹੈ। ਇਹ ਡਿਜੀਟਲ ਦੇ ਵਿੱਚ ਹੀ ਆਪਣਾ ਇੰਟਰਵਲ ਚੇਂਜ ਕਰਕੇ ਉਸ ਚੀਜ਼ ਨੂੰ ਕਰ ਸਕਦਾ ਹੈ। ਸੋ ਇਹ ਵਾਲੀ ਪਿੰਸ ਨੂੰ ਆਪਾਂ ਪਲਸ ਵਿਡਥ ਮੋਡੂਲੇਸ਼ਨ ਕਹਿੰਦੇ ਨੇ, ਕਿਉਂਕਿ ਇਹ ਵਿਡਥ ਨੂੰ ਚੇਂਜ ਕਰਕੇ ਆਪਣੀ ਇੱਕ ਨਵੀਂ ਪਲਸ ਕ੍ਰੀਏਟ ਕਰਦੀਆਂ ਨੇ। ਸੋ ਹੁਣ ਜੇ ਇਸ ਚੀਜ਼ ਨੂੰ ਆਪਾਂ ਕਿਸੇ ਪ੍ਰੈਕਟੀਕਲ ਐਪਲੀਕੇਸ਼ਨ ਦੇ ਵਿੱਚ ਲੈਣਾ ਹੋਏ ਤਾਂ ਫਿਰ ਜਿਹੜੀ ਮੋਟਰਸ ਹੁੰਦੀਆਂ ਨੇ ਉਹਨਾਂ ਵਾਸਤੇ ਇਹ PWM ਸਿਗਨਲਸ ਕੰਮ ਆਉਂਦੇ ਨੇ, ਜਿਨ੍ਹਾਂ ਬਾਰੇ ਆਪਾਂ ਪੂਰੀ ਜਾਣਕਾਰੀ ਆਪਣੀ ਆਉਣ ਵਾਲੀ ਅਗਲੀ ਵੀਡੀਓਜ਼ ਦੇ ਵਿੱਚ ਲਵਾਂਗੇ। ਇਸ ਚੀਜ਼ ਨੂੰ ਡਿਊਟੀ ਸਾਈਕਲ ਵੀ ਕਿਹਾ ਜਾਂਦਾ ਹੈ। ਡਿਊਟੀ ਸਾਈਕਲ ਦਾ ਮਤਲਬ ਹੈ ਕਿ ਕਿੰਨੀ ਦੇਰ ਤੱਕ ਇੱਕ ਪਾਰਟਿਕੂਲਰ ਚੀਜ਼ ਹਾਈ ਵੋਲਟੇਜ ਦੇ ਵਿੱਚ ਰਹਿ ਰਹੀ ਹੈ ਤੇ ਕਿੰਨੀ ਦੇਰ ਤੱਕ ਘੱਟ ਵੋਲਟੇਜ ਦੇ ਵਿੱਚ, ਉਹ ਡਿਊਟੀ ਸਾਈਕਲ ਤੇ ਵੀ ਡਿਪੈਂਡ ਕਰਦਾ ਹੈ। ਸੋ ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਆਪਣੇ ਇਸ ਪਿੰਸ ਦੇ ਵਿੱਚ, ਜੋ ਪਿਨ ਨੰਬਰ 13 ਤੋਂ ਬਾਅਦ ਹੈ ਗਰਾਊਂਡ ਪਿਨ। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੋਜ਼ਿਟਿਵ 5 ਵੋਲਟ ਦਾ ਮਤਲਬ ਹੈ VCC, ਤੇ ਉੱਦਾਂ ਹੀ ਨੈਗੇਟਿਵ ਨੂੰ ਮੰਨਿਆ ਜਾਂਦਾ ਹੈ ਗਰਾਊਂਡ। ਜੇ ਤੁਸੀਂ ਇੱਕ LED ਨੂੰ ਕਿਸੇ 2 ਨੰਬਰ ਪਿਨ ਤੇ ਲਗਾਉਂਦੇ ਹੋ ਤੇ ਉਸ ਨੂੰ ਹਾਈ ਵੋਲਟੇਜ ਦਿੰਦੇ ਹੋ ਤਾਂ ਆਟੋਮੈਟਿਕਲੀ ਉਹਦੇ ਕੋਲ ਪੋਜ਼ਿਟਿਵ 5 ਵੋਲਟ ਜਾਂਦਾ ਹੈ, ਲੇਕਿਨ ਉਸ ਨੂੰ ਇੱਕ ਨੈਗੇਟਿਵ ਵੀ ਚਾਹੀਦਾ ਹੈ ਗਰਾਊਂਡ ਸੋਰਸ, ਤਾਂ ਕਿ ਉਹ ਆਪਣਾ ਪੂਰਾ ਸਰਕਟ ਕੰਪਲੀਟ ਕਰ ਸਕੇ। ਤਾਂ ਫਿਰ ਆਪਾਂ ਉਸ ਨੂੰ ਗਰਾਊਂਡ ਦੇ ਨਾਲ ਉਰੇ ਲਗਾਵਾਂਗੇ। ਜੇ ਅਸੀਂ ਉਰੇ ਦੇਖੀਏ ਤਾਂ ਮੈਂ ਉਰੇ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਉਰੇ ਐਨਾਲੌਗ ਪਿੰਸ ਨੇ। ਉਸ ਤੋਂ ਬਾਅਦ ਆਉਂਦੀ ਹੈ VIN। ਹੁਣ ਇਹ VIN ਪਿਨ ਇਸ ਲਈ ਹੈ ਕਿ ਬਈ ਜੇ ਤੁਸੀਂ ਇਸ ਪੋਰਟ ਤੋਂ ਨਾ ਦੇ ਕੇ ਉਸ ਨੂੰ ਇਸ ਦੇ ਥਰੂ ਉਰੋਂ ਦੀ ਇਨਪੁਟ ਦੇਣਾ ਚਾਹੋ ਇਸ ਪੂਰੇ ਬੋਰਡ ਨੂੰ ਕੰਟਰੋਲ ਕਰਨ ਵਾਸਤੇ, ਤੁਸੀਂ ਉਹ ਵੀ ਕਰ ਸਕਦੇ ਹੋ। ਉਹ ਹੁੰਦਾ ਹੈ ਜੀ ਜੰਪਰ ਵਾਇਰਸ ਦੀ ਮਦਦ ਦੇ ਨਾਲ। ਤੇ ਜੰਪਰਸ ਵਾਇਰਸ ਤੇ ਇੱਕ ਮੈਂ ਬ੍ਰੈਡਬੋਰਡ ਦੀ ਵੀਡੀਓ ਪਹਿਲਾਂ ਹੀ ਬਣਾ ਚੁੱਕਿਆ ਹਾਂ, ਜੇ ਤੁਸੀਂ ਉਹ ਨਹੀਂ ਦੇਖੀ ਹੈ ਤਾਂ ਤੁਸੀਂ ਉਹ ਪਲੀਜ਼ ਜਾ ਕੇ ਦੇਖ ਲੈਣਾ। ਉਹਦੇ ਵਿੱਚ ਮੈਂ 3 ਤਰ੍ਹਾਂ ਦੀ ਜੰਪਰ ਵਾਇਰ ਸਮਝਾਈਆਂ ਨੇ। ਸੋ ਉਸ ਤੋਂ ਬਾਅਦ ਹੁਣ ਅਸੀਂ ਆਉਂਦੇ ਹਾਂ ਅਗਲੇ ਪਿਨ ਤੇ, ਜੋ ਕਿ ਹੈ ਸਾਡੀ ਗਰਾਊਂਡ। ਤੇ ਫਿਰ ਗਰਾਊਂਡ ਦਾ ਮੈਂ ਤੁਹਾਨੂੰ ਪਹਿਲਾਂ ਹੀ ਮਤਲਬ ਸਮਝਾ ਚੁੱਕਿਆ, ਇਹ ਨੈਗੇਟਿਵ ਹੈ। ਉਸ ਤੋਂ ਬਾਅਦ 5 ਵੋਲਟ। ਹੁਣ ਇਹ 5 ਵੋਲਟ ਆਊਟਪੁੱਟ ਦੀ ਪਿਨ ਹੈ। ਇਹ VIN ਦਾ ਮਤਲਬ ਹੈ ਵੋਲਟੇਜ ਇਨਪੁੱਟ, ਲੇਕਿਨ 5 ਵੋਲਟ ਦਾ ਮਤਲਬ ਹੈ ਕਿ ਤੁਸੀਂ ਇਸ ਪਿਨ ਤੋਂ 5 ਵੋਲਟ ਆਊਟਪੁੱਟ ਕੱਢ ਸਕਦੇ ਹੋ ਤੇ ਆਪਣੇ ਕਿਸੇ ਸੈਂਸਰ ਨੂੰ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਦੇ ਸਕਦੇ ਹੋ ਜਿਹਨੂੰ 5 ਵੋਲਟ ਦੀ ਜ਼ਰੂਰਤ ਹੋਏ। 5 ਵੋਲਟ ਤੋਂ ਬਾਅਦ 3.3 ਵੋਲਟ ਹੈ, ਮਤਲਬ ਕਿ ਇਸ ਪਿਨ ਤੋਂ ਤੁਸੀਂ 3 ਵੋਲਟ ਆਊਟਪੁੱਟ ਲੈ ਸਕਦੇ ਹੋ। ਰੀਸੈਟ ਪਿਨ ਜੋ ਹੈ ਇਹ ਉਹੀ ਕੰਮ ਕਰਦੀ ਹੈ ਜੀ ਜੋ ਇਹ ਰੀਸੈਟ ਬਟਨ ਕਰਦਾ ਹੈ। ਰੀਸੈਟ ਬਟਨ ਨੂੰ ਤੁਹਾਨੂੰ ਫਿਜ਼ੀਕਲੀ ਪ੍ਰੈਸ ਕਰਨ ਦੀ ਜ਼ਰੂਰਤ ਹੁੰਦੀ ਹੈ, ਲੇਕਿਨ ਜੇ ਤੁਸੀਂ ਚਾਹੋ ਤਾਂ ਫਿਰ ਇਸ ਜਗ੍ਹਾ ਤੇ ਇੱਕ ਇਹਦਾ ਵਾਇਰ ਅਟੈਚ ਕਰਕੇ ਕਿਸੇ ਡਿਜੀਟਲ ਸਿਗਨਲ ਦੇ ਨਾਲ ਜਦੋਂ ਵੀ ਇਸ ਰੀਸੈਟ ਪਿਨ ਤੇ 5 ਵੋਲਟ ਦਾ ਸਿਗਨਲ ਆਏਗਾ ਤਾਂ ਤੁਹਾਡਾ ਬੋਰਡ ਆਪਣੇ ਆਪ ਹੀ ਰੀਸੈਟ ਹੋ ਜਾਏਗਾ। ਸੋ ਜੋ ਇਹ ਤੁਸੀਂ ਉਹਦੇ ਜੰਪਰ ਦੇਖ ਰਹੇ ਹੋ ਜੀ, ਇਹ ਵੀ ਰੀਸੈਟ ਕਰਨ ਨੂੰ ਹੀ ਹੈ। ਜੇ ਤੁਸੀਂ ਇਹਨੂੰ ਸ਼ਾਰਟ ਕਰ ਦਿਓ ਕਿਸੇ ਮੈਟਲ ਦੀ ਚੀਜ਼ ਦੇ ਨਾਲ ਤਾਂ ਤੁਹਾਡਾ ਪੂਰਾ ਬੋਰਡ ਰੀਸੈਟ ਹੋ ਜਾਂਦਾ ਹੈ। ਉਸ ਤੋਂ ਬਾਅਦ ਜਿਹੜੀ ਇਹ ਵਾਲੇ ਨੇ ਇਹ ਬੂਟ ਲੋਡਰ ਵਾਸਤੇ ਨੇ, ਜਿਨ੍ਹਾਂ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਆਉਣ ਵਾਲੀ ਵੀਡੀਓਜ਼ ਦੇ ਵਿੱਚ ਸਮਝਾਉਂਗਾ। ਤੇ ਜਿਹੜੀ ਹੁਣ ਪਿੰਸ ਰਹਿ ਗਈਆਂ ਨੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਆਉਣ ਵਾਲੀ ਵੀਡੀਓ ਵਿੱਚ ਡਿਟੇਲ ਦੇ ਵਿੱਚ ਸਮਝਾਉਂਗਾ। ਹਾਲੇ ਤੱਕ ਲਈ ਇਹ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ। ਕੁਝ ਕੰਪੋਨੈਂਟਸ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਇੱਕ ਵੋਲਟੇਜ ਰੈਗੂਲੇਟਰ ਹੈ। ਵੋਲਟੇਜ ਰੈਗੂਲੇਟਰ ਬੇਸਿਕਲੀ ਕੀ ਹੁੰਦੇ ਨੇ ਕਿ ਇਹ ਬੋਰਡ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ 7 ਤੋਂ ਲੈ ਕੇ 20 ਵੋਲਟ ਤੱਕ ਪਾ ਸਕਦੇ ਹੋ, ਲੇਕਿਨ ਇਹ ਜਿਹੜੇ IC ਹੈ ਇਹ ਸਿਰਫ 5 ਵੋਲਟ ਤੱਕ ਹੀ ਕੰਮ ਕਰਦਾ ਹੈ। ਤੇ ਇਸੇ ਲਈ ਉਸ ਚੀਜ਼ ਨੂੰ ਰੈਗੂਲੇਟ ਕਰਨ ਵਾਸਤੇ ਕਿ ਚਾਹੇ ਤੁਸੀਂ 20 ਵੋਲਟ ਦਿਓ, ਚਾਹੇ ਤੁਸੀਂ 18 ਵੋਲਟ ਦਿਓ, ਚਾਹੇ ਤੁਸੀਂ 10 ਵੋਲਟ ਦਿਓ, ਇਹ ਸਿਰਫ 5 ਵੋਲਟ ਹੀ ਰੈਗੂਲੇਟ ਕਰਕੇ ਇਸ IC ਨੂੰ ਦਿੰਦਾ ਹੈ। ਉਸੇ ਤਰ੍ਹਾਂ ਇੱਕ ਇਹ ਛੋਟਾ ਰੈਗੂਲੇਟਰ ਉਰੇ ਵੀ ਲੱਗਿਆ ਹੋਇਆ ਹੈ। ਇਹ 3.3 ਵੋਲਟ ਰੈਗੂਲੇਟਰ ਹੈ ਜੋ ਕਿ ਸਾਡੀ ਇਹ 3.3 ਵੋਲਟ ਦੀ ਪਿਨ ਵਾਸਤੇ ਹੈ। ਸੋ ਉਸ ਤੋਂ ਬਾਅਦ ਹੁਣ ਉਰੇ ਆਉਂਦੇ ਨੇ ਕੁਝ LEDs, ਜਿਵੇਂ ਕਿ ਇਹ ਹੈ TX ਦਾ ਤੇ RX ਦਾ ਹੈ। TX ਦਾ ਤੇ RX ਦੇ LEDs ਉਸੇ ਟਾਈਮ ਬਲਿੰਕ ਕਰਨਗੇ ਜਦੋਂ ਤੁਹਾਡੇ ਆਰਡੀਨੋ ਤੇ PC ਦੇ ਵਿੱਚ ਕੋਈ ਕਮਿਊਨੀਕੇਸ਼ਨ ਹੋ ਰਹੀ ਹੋਏਗੀ। ਤਾਂ ਉਸ ਟਾਈਮ ਤੇ ਇਹ ਕੁਝ ਚੀਜ਼ਾਂ PC ਨੂੰ ਟਰਾਂਸਮਿਟ ਕਰ ਰਿਹਾ ਹੁੰਦਾ ਹੈ ਤੇ PC ਤੋਂ ਕੁਝ ਚੀਜ਼ਾਂ ਰਿਸੀਵ ਕਰ ਰਿਹਾ ਹੁੰਦਾ ਹੈ। ਤਾਂ ਫਿਰ ਇਹ ਦੋਨੋਂ ਉਸ ਟਾਈਮ ਬਲਿੰਕ ਕਰਦੇ ਨੇ। ਇਹ ਲਾਈਟ ਜੋ ਹੈ ਤੁਹਾਡੀ ਸਟਾਰਟਿੰਗ ਵਾਸਤੇ ਹੈ ਕਿ ਜਦੋਂ ਹੀ ਇਹ ਔਨ ਹੋਏਗਾ ਪਾਵਰ ਇਹਦੇ ਵਿੱਚ ਆਏਗੀ ਤੇ ਲਾਈਟ ਜਗ ਪਏਗੀ। ਸੋ ਇਸੇ ਤਰ੍ਹਾਂ ਇੱਕ ਇਹ ਵੀ ਹੈ। ਇਹ ਸਾਰੇ ਡਿਜ਼ਾਈਨ ਜੋ ਹੈ ਇਹ ਕਦੀ ਥੋੜਾ ਵੇਰੀ ਕਰ ਸਕਦਾ ਹੈ। ਪਲੱਸ ਇਹ ਸੀਗਾ ਜੀ ਆਰਡੂਇਨੋ ਊਨੋ, ਤੇ ਇਹਦੇ ਵਿੱਚ ਜੋ ਮੈਂ ਚੀਜ਼ਾਂ ਤੁਹਾਨੂੰ ਦਿਖਾਈਆਂ ਉਹੀ ਸਾਰੀ ਚੀਜ਼ਾਂ ਤੁਹਾਨੂੰ ਆਰਡੂਇਨੋ ਨੈਨੋ ਦੇ ਵਿੱਚ, ਆਰਡੂਇਨੋ ਪ੍ਰੋ ਮਿਨੀ ਦੇ ਵਿੱਚ, ਪ੍ਰੋ ਮਾਈਕਰੋ ਦੇ ਵਿੱਚ, ਸਭ ਦੇ ਵਿੱਚ ਦੇਖਣ ਨੂੰ ਮਿਲਣਗੀਆਂ, ਲੇਕਿਨ ਥੋੜਾ ਬਸ ਸਭ ਕੁਝ ਦੇ ਵਿੱਚ ਚੇਂਜ ਹੁੰਦਾ ਹੈ। ਹੁਣ ਜਿਵੇਂ ਕਿ ਆਪਾਂ ਆਰਡੂਇਨੋ ਊਨੋ ਤੋਂ ਬਾਅਦ ਗੱਲ ਕਰਦੇ ਹਾਂ ਆਰਡੂਇਨੋ ਪ੍ਰੋ ਮਿਨੀ ਦੀ। ਹੁਣ ਪ੍ਰੋ ਮਿਨੀ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਕੋਈ ਇਦਾਂ ਦੇ ਫਿਜ਼ੀਕਲ ਇਹਦਾ ਪੋਰਟਸ ਤਾਂ ਹੈ ਨਹੀਂ। ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਕਿ ਉਹਦੇ ਵਿੱਚ ਪੋਰਟਸ ਕਿਉਂ ਨਹੀਂ ਨੇ, ਤੇ ਜੇ ਤੁਸੀਂ ਉਹ ਨਹੀਂ ਦੇਖੀ ਹੈ ਤਾਂ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ। ਜਿਹੜਾ ਰੀਸੈਟ ਦਾ ਬਟਨ ਹੈ ਉਹ ਉਰੇ ਦਿੱਤਾ ਪਿਆ ਹੈ ਜੀ, ਇਹ ਦੇਖੋ ਤੁਸੀਂ। ਲੇਕਿਨ ਜਿਹੜੀ ਤੁਸੀਂ ਨੰਬਰ ਆਫ ਪਿਨਸ ਦੇਖ ਸਕਦੇ ਹੋ ਉਹ ਆਲਮੋਸਟ ਸੇਮ ਲੱਗਣਗੀਆਂ ਤੁਹਾਨੂੰ। A0 ਤੋਂ ਲੈ ਕੇ A5 ਤੱਕ ਹੀ ਐਨਾਲੌਗ ਪਿਨਸ ਉਰੇ ਨੇ, ਤੇ ਪਿਨ ਨੰਬਰ 2 ਤੋਂ ਲੈ ਕੇ ਪਿਨ ਨੰਬਰ 10 ਤੱਕ ਨੇ ਉਰੇ, ਬਜਾਏ ਕਿ
ਉੱਥੇ ਦੀ ਜਿੱਦਾਂ ਪਿਨ ਨੰਬਰ 13 ਤੱਕ ਸੀਗੀਆਂ। ਸੋ ਇਹ ਕੁਝ ਇਹਦਾ ਡਿਫਰੈਂਸਿਸ ਨੇ। ਹੁਣ ਇਹਦੇ ਵਿੱਚ ਇੱਕ ਮੇਜਰ ਡਿਫਰੈਂਸ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ 3.3 ਵੋਲਟ ਦੀ ਪਿਨ ਨਹੀਂ ਮਿਲਦੀ। ਸੋ ਇਸੇ ਲਈ ਮੈਂ ਕਿਹਾ ਕਿ ਬਈ ਜੇ ਜਿੱਦਾਂ ਤੁਹਾਡਾ ਪ੍ਰੋਜੈਕਟ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਬੋਰਡ ਚੂਜ਼ ਕਰਨਾ ਹੁੰਦਾ ਹੈ। ਹੁਣ ਜੇ ਤੁਹਾਡੇ ਪ੍ਰੋਜੈਕਟ ਦੇ ਵਿੱਚ ਕੋਈ ਐਸੀ ਚੀਜ਼ ਹੈ ਜਿਹਦੇ ਵਿੱਚ 3.3 ਵੋਲਟ ਲੱਗ ਰਿਹਾ ਹੈ ਤਾਂ ਫਿਰ ਤੁਹਾਨੂੰ ਉਸ ਦੇ ਵਾਸਤੇ ਆਰਡੂਇਨੋ ਨੈਨੋ ਯੂਜ਼ ਕਰਨਾ ਪਏਗਾ, ਕਿਉਂਕਿ ਨੈਨੋ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਇਸ ਦੇ ਵਿੱਚ 3.3 ਵੋਲਟ ਦੀ ਇਹ ਦੇਖੋ ਇਹ ਪਿਨ ਹੈ। ਮੈਂ ਇੱਕ ਮਿੰਟ ਫੋਕਸ ਕਰ ਲਾਂ, ਦੇਖੋ ਇਹ 3.3 ਵੋਲਟ ਦੀ। ਬਾਕੀ ਜੋ ਹਾਰਡਵੇਅਰ ਹੈ ਜੀ ਉਹ ਤਾਂ ਆਲਮੋਸਟ ਸੇਮ ਹੀ ਰਹਿੰਦਾ ਹੈ। ਜਿੱਦਾਂ ਕਿ ਤੁਸੀਂ ਉਰੇ ਵੀ ਦੇਖ ਸਕਦੇ ਹੋ, ਉਰੇ ਲਾਈਟਸ ਹੈ, ਇਹ ਪਾਵਰ ਵਾਸਤੇ ਹੈ, ਇਹ ਟਰਾਂਸਮਿਟ ਤੇ ਰਿਸੀਵ ਵਾਸਤੇ ਹੈ। ਇਸ ਦੇ ਵਿੱਚ ਵੀ ਉਹੀ ਰੀਸੈਟ ਵਾਸਤੇ ਬਟਨ ਹੈ ਤੇ ਇਹਦੇ ਵਿੱਚ D13 ਤੱਕ ਪੂਰੀਆਂ ਪਿਨਸ ਨੇ। ਤਾਂ ਹੀ ਮੈਂ ਤੁਹਾਨੂੰ ਪਿਛਲੇ ਪਾਰਟ ਦੇ ਵਿੱਚ ਕਿਹਾ ਕਿ ਆਰਡੂਇਨੋ ਨੈਨੋ ਸਭ ਤੋਂ ਜ਼ਿਆਦਾ ਵਰਸੇਟਾਈਲ ਤੇ ਟਿਕਾਊ ਹੈ, ਕਿਉਂਕਿ ਇਹਦੇ ਵਿੱਚ ਤੁਹਾਨੂੰ ਸਾਰੇ ਆਰਡੂਇਨੋ ਉਨੋ ਵਾਲੇ ਵੀ ਫੀਚਰ ਮਿਲ ਜਾਂਦੇ ਨੇ। ਤੇ ਫਿਰ ਸੇਮ ਇਹਦੇ ਵਿੱਚੋਂ ਗਰਾਊਂਡ ਤੇ ਵੀ ਇਨ ਪਿਨਸ ਨੇ, ਮਤਲਬ ਵੀ ਇਨਪੁਟ, ਮਤਲਬ ਤੁਸੀਂ ਇਸ ਨੂੰ ਇਨਪੁਟ ਵੀ ਦੇ ਸਕਦੇ ਹੋ। ਸੋ ਇਸ ਦੇ ਲਈ ਹੀ ਜੀ ਇਹ ਅਲੱਗ-ਅਲੱਗ ਬੋਰਡ ਜੋ ਹੈ ਉਹ ਅਲੱਗ-ਅਲੱਗ ਪ੍ਰੋਜੈਕਟ ਦੇ ਹਿਸਾਬ ਦੇ ਨਾਲ ਚੇਂਜ ਕਰਕੇ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰ ਸਕਦੇ ਨੇ। ਸੋ ਇਸੇ ਲਈ ਮੈਂ ਇਹ ਵਾਲੇ ਪ੍ਰੋਜੈਕਟ ਦੇ ਵਿੱਚ ਵੀ ਆਰਡੂਇਨੋ ਪ੍ਰੋ ਮਿਨੀ ਨੂੰ ਛੱਡ ਕੇ ਆਰਡੂਇਨੋ ਨੈਨੋ ਲਗਾਇਆ ਹੈ, ਕਿਉਂਕਿ ਮੈਨੂੰ ਉਰੇ ਇਸ ਦੇ ਵਾਸਤੇ 3.3 ਦੀ ਵੋਲਟੇਜ ਦੀ ਜ਼ਰੂਰਤ ਸੀ। ਸੋ ਮੇਰੇ ਖਿਆਲ ਦੇ ਵਿੱਚ ਅੱਜ ਤੁਹਾਨੂੰ ਕਾਫੀ ਕੁਝ ਜ਼ਿਆਦਾ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਜੇ ਪਲੀਜ਼ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਿਆ ਤਾਂ ਲਾਈਕ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ। ਤੇ ਇੱਕ ਹੋਰ ਚੀਜ਼, ਹੁਣ ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਸੋ ਜਿੰਨੇ ਵੀ ਹੁਣ ਇਹਦੀ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਹੈ ਉਹ ਆਪਾਂ ਅਗਲੇ ਵੀਡੀਓ ਦੇ ਵਿੱਚ ਦੇਖਾਂਗੇ। ਸੋ ਜੇ ਤੁਸੀਂ ਅਗਲੀ ਵੀਡੀਓ ਨੂੰ ਵੇਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਸਬਸਕ੍ਰਾਈਬ ਬਟਨ ਦਬਾ ਲਓ ਤਾਂ ਕਿ ਤੁਹਾਨੂੰ ਜਿੱਦਾਂ ਹੀ ਉਹ ਵੀਡੀਓ ਪਏ ਤੁਹਾਨੂੰ ਉਸ ਦੀ ਨੋਟੀਫਿਕੇਸ਼ਨ ਮਿਲ ਜੇ। ਸੀਰੀਜ਼ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਜੇ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਕੁਝ ਵੀ ਨਹੀਂ ਸਮਝ ਆਇਆ, ਫਿਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਤੁਸੀਂ ਪਲੀਜ਼ ਉਹ ਥੱਲੇ ਕਮੈਂਟਸ ਦੇ ਵਿੱਚ ਲਿਖ ਸਕਦੇ ਹੋ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਉਸ ਤੇ ਡਿਸਕਸ਼ਨ ਕਰਕੇ ਉਸ ਚੀਜ਼ ਨੂੰ ਵੀ ਸੌਰਟ ਆਊਟ ਕਰਾਂਗੇ ਤੇ ਤੁਹਾਨੂੰ ਉਹਦਾ ਵੀ ਜਵਾਬ ਦੇਵਾਂਗੇ। ਸੋ ਥੈਂਕ ਯੂ ਜੀ, ਅੱਜ ਦੇ ਲਈ ਇੰਨਾ ਬਹੁਤ ਹੈ ਜੀ। ਥੈਂਕ ਯੂ ਜੀ ਵੈਰੀ ਮਚ। ਤੇ ਸਬਸਕ੍ਰਾਈਬ ਕਰ ਦੇਣਾ ਜੀ ਜੇ ਤੁਸੀਂ ਚਾਹੋ ਤਾਂ। ਥੈਂਕ ਯੂ।